ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਦਾ ਹਿਸਾਬ ਵੀ ਮੰਗਿਆ ਜਾ ਰਿਹਾ ਹੈ। ਲੇਕਿਨ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਹੋਈ ਝੜਪ ਤੋਂ ਬਾਅਦ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਡਿਟੇਲ ਮੰਗਣ ਲਈ SGPC ਵੱਲੋਂ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਦੇ ਘਰ ਦਾ ਘਿਰਾਓ ਕਰਨ ਦੀ ਗੱਲ ਕੀਤੀ ਗਈ। ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਹੈ, ਉਸ ਦਿਨ ਵੀ ਉਹਨਾਂ ਦੇ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਹਿਸਾਬ ਮੰਗਿਆ ਜਾਵੇਗਾ। ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਨੇ ਇੱਕ ਮੀਟਿੰਗ ਸੱਦੀ ਸੀ। ਮੀਟਿੰਗ ਦਾ ਮੁੱਖ ਮੁੱਦਾ ਸੀ ਜਿਹੜੇ 328 ਲਾਪਤਾ ਸਰੂਪ, ਜਿਨ੍ਹਾਂ ਬਾਰੇ ਬਹੁਤ ਦੇਰ ਤੋਂ ਕੌਮ ਗਮਗੀਨ ਹੈ, ਗਮ ਵਿੱਚ ਹੈ ਕਿ ਉਹ ਸਰੂਪ ਕਿੱਥੇ ਗਏ। ਸ਼੍ਰੋਮਣੀ ਕਮੇਟੀ ਚੁੱਪ ਹੈ, ਬੋਲ ਨਹੀਂ ਰਹੀ। ਸਾਡਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਉਹ ਸਾਡੇ ਲਈ ਲਾਪਤਾ ਨੇ, ਸ਼੍ਰੋਮਣੀ ਕਮੇਟੀ ਲਈ ਲਾਪਤਾ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਪਤਾ ਕਿ ਉਹਨਾਂ ਨੇ ਕਿੱਥੇ ਦਿੱਤੇ ਨੇ, ਕਿਹਦੀ ਸਿਫਾਰਿਸ਼ ਤੇ ਦਿੱਤੇ ਨੇ, ਕਿੰਨਾ ਨੇ ਕਿਹੜਾ ਵਪਾਰ ਕੀਤਾ। ਸੋ ਅੱਜ ਉਸ ਮੁੱਦੇ ਤੇ ਅਸੀਂ ਇਕੱਤਰਤਾ ਸੱਦੀ ਸੀ ਅਕਾਲ ਤਖਤ ਸਾਹਿਬ ਵਿਖੇ। ਅਕਾਲੀ ਦਲ ਡੈਮੋਕ੍ਰੈਟਿਕ, ਅਖੰਡ ਕੀਰਤਨੀ ਜਥਾ, ਟਕਸਾਲ, ਫੈਡਰੇਸ਼ਨਾਂ, ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ, ਭਾਈ ਧਿਆਨ ਸਿੰਘ ਮੰਡ ਸ਼ਾਮਲ ਹੋਏ, ਬਾਬਾ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹੋਏ। ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ, ਆਪਣੇ ਆਪਣੇ ਵਿਚਾਰ ਸਾਰਿਆਂ ਨੇ ਰੱਖੇ। ਜਿਸ ਜਗ੍ਹਾ ਤੇ ਜਾ ਕੇ ਅੱਜ ਅਸੀਂ ਖੜੇ ਹਾਂ, ਸਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕੰਮਲ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰੈਜ਼ੈਂਟ ਬੋਡੀ ਹੈ, ਜਿਹੜਾ ਉਹਨਾਂ ਦਾ ਐਗਜ਼ੈਕਟਿਵ ਹੈ, ਉਹ ਸਾਰੀ ਦੀ ਸਾਰੀ ਗੁਨਾਹਗਾਰ ਹੈ। ਗੁਨਾਹਗਾਰ ਕਿਸ ਤਰੀਕੇ ਦੀ ਹੈ ਕਿ ਇਹਨਾਂ ਨੇ ਗੁਰੂ ਘਰ ਦਾ ਜਿਹੜਾ ਗੁਰੂ ਘਰ ਦੇ ਵਿੱਚ ਬੈਠ ਕੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਸੀ, ਜਿਹੜੇ ਇਹਨਾਂ ਦੇ ਖੁਦ ਦੇ ਬਣਾਏ ਨਿਯਮ ਸੀ, ਉਹਨਾਂ ਦੀ ਉਲੰਘਣਾ ਕੀਤੀ ਹੈ। ਗੁਰੂ ਘਰ ਦਾ ਵਿੱਚ ਬੈਠ ਕੇ ਇਹਨਾਂ ਨੇ ਸੰਗਤਾਂ ਨੂੰ ਝੂਠ ਬੋਲਿਆ। ਇਹਨਾਂ ਦੀ ਜ਼ਿੰਮੇਵਾਰੀ ਸੀ, ਇਹਨਾਂ ਦੀ ਡਿਊਟੀ ਸੀ, ਮੈਂ ਕਹਾਂਗਾ ਪਾਵਨ ਗੁਰੂਆਂ ਦੀ ਹਿਫਾਜ਼ਤ ਕਰਨਾ, ਉਹਨਾਂ ਦਾ ਸਤਿਕਾਰ ਕਰਨਾ। ਇਹਨਾਂ ਨੇ ਸਤਿਕਾਰ ਨਹੀਂ ਕੀਤਾ। ਜਦੋਂ ਇਨਸਾਨ ਸਤਿਕਾਰ ਨਹੀਂ ਕਰਦਾ ਤਾਂ ਫਿਰ ਉਹਦਾ ਤਿਰਸਕਾਰ ਕਰਦਾ, ਉਹਦਾ ਨਿਰਾਦਰ ਕਰਦਾ। ਇਹਨਾਂ ਨੇ ਨਿਰਾਦਰ ਕੀਤਾ ਆਪਣੀ ਡਿਊਟੀ, ਕਿਉਂਕਿ ਇਹਨਾਂ ਦੀ ਡਿਊਟੀ ਸੀ। ਅਗਰ ਬਾਹਰਲਾ ਬੰਦਾ ਕਿਸੇ ਡੇਰੇਦਾਰ ਨੇ, ਕਿਸੇ ਦੇਹਧਾਰੀ ਦੰਭ ਨੇ ਕੀਤਾ ਤੇ ਸਾਰੀ ਕੌਮ ਨੇ ਉਸ ਦੇ ਖਿਲਾਫ ਮੋਰਚਾ ਲਾਇਆ, ਉਸ ਦੇ ਖਿਲਾਫ ਮਤਲਬ ਹਰ ਹੀਲੇ, ਹਰ ਤਾਕਤ ਲਾ ਕੇ ਅਸੀਂ ਉਹਨਾਂ ਨਾਲ ਜੰਗ ਲੜੀ, ਲੜਾਈ ਲੜੀ ਹੈ। ਪਰ ਇਹਨਾਂ ਦੀ ਤੇ ਅਸੀਂ ਜ਼ਿੰਮੇਵਾਰੀ ਇਹਨਾਂ ਨੂੰ ਤੇ ਉਸ ਜ਼ਿੰਮੇਵਾਰੀ ਤੇ ਬਿਠਾਇਆ ਸੀ ਕਿ ਇਹਨਾਂ ਨੇ ਹਿਫਾਜ਼ਤ ਕਰਨੀ ਹੈ। ਤੇ ਜਿਹੜਾ ਕਸਟੋਡੀਅਨ ਸੀ, ਜਿਹੜਾ ਪ੍ਰੋਟੈਕਟਰ ਹੈ, ਉਹੀ ਜਿਹੜਾ ਮਤਲਬ ਸੈਕਰਲੇਜ ਦਾ ਜ਼ਿੰਮੇਵਾਰ ਬਣ ਗਿਆ। ਜਦੋਂ ਤੁਸੀਂ ਕਹਿੰਦੇ ਨੇ ਬੇਅਦਬੀ ਕੀਤੀ ਹੈ, ਤੇ ਬੇਅਦਬੀ ਦਾ ਇਹ ਅਰਥ ਹੈ ਕਿ ਇਹਨਾਂ ਨੇ ਨਿਰਾਦਰ ਕੀਤਾ, ਇਹਨਾਂ ਨੇ ਸਤਿਕਾਰ ਨਹੀਂ ਕੀਤਾ। ਸੋ ਅਸੀਂ ਇਹਨਾਂ ਦੇ ਖਿਲਾਫ ਅੱਜ ਕੁਝ ਮਤੇ ਲਿਆਂਦੇ ਨੇ। ਸਭ ਤੋਂ ਪਹਿਲਾਂ ਕਿ ਜਿਹੜੇ ਕੱਲ੍ਹ ਸਿੰਘਾਂ ਨੇ ਉੱਥੇ ਮੋਰਚਾ ਲਾਇਆ ਹੋਇਆ ਪਰਲੇ ਪਾਸੇ, ਉਹਨਾਂ ਦੇ ਨਾਲ ਜੋ ਇਹਨਾਂ ਨੇ ਵਿਹਾਰ ਕੀਤਾ, ਉਸ ਦੀ ਅਸੀਂ ਨਿੰਦਾ ਕੀਤੀ ਹੈ। ਉਹ ਸਾਡੇ ਵੀਰ ਨੇ, ਸਾਡੇ ਭਰਾ ਨੇ, ਸਾਡਾ ਹੀ ਅੰਗ ਨੇ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਦੂਸਰੀ ਗੱਲ ਹੈਗੀ ਹੈ ਕਿ ਬੇਸ਼ੱਕ ਉਹਨਾਂ ਨੇ ਮੋਰਚਾ ਉੱਥੇ ਲਗਾ ਲਿਆ, ਅਸੀਂ ਕਾਮਨਾ ਕਰਾਂਗੇ ਕਿ ਉਹ ਜਿੱਤ ਕੇ ਉੱਠਣ। ਨੰਬਰ 2 ਤੇ ਉਹ ਗੁਰੂ ਘਰ ਦੇ ਵਿੱਚ ਜਿਹੜੀਆਂ ਪਾਵਨ ਗੁਰੂ ਦੇ ਲਾਪਤਾ ਹੋਏ ਨੇ, ਜਿਹੜਾ ਇਹਨਾਂ ਨੂੰ ਪਤਾ ਹੈ ਪਰ ਸਾਡੇ ਲਈ ਲਾਪਤਾ ਨੇ, ਉਹਨਾਂ ਦਾ ਪਤਾ ਲੱਭ ਕੇ ਉੱਠਣ। ਅਸੀਂ ਆਪਣੇ ਤੌਰ ਤੇ 3 ਪ੍ਰੋਗਰਾਮ ਲਿਖੇ ਨੇ। ਪਹਿਲਾ ਪ੍ਰੋਗਰਾਮ ਹੈ ਕਿ ਜੇ ਕੱਲ੍ਹ 18 ਤਰੀਕ ਜਦੋਂ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣੀ ਫੌਜ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਾਇੰਟ ਕੀਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਪੇਸ਼ ਹੋਣਾ ਹੈ ਪਛਤਾਪ ਲਈ, ਮਾਫੀ ਲਈ, ਤੇ ਉਹ ਆਪਣਾ ਅਸਤੀਫਾ ਵੀ ਇਸੇ ਜਗ੍ਹਾ ਤੇ ਰੱਖ ਕੇ ਜਾਣ। ਜੇ ਉਹ ਅਸਤੀਫਾ ਨਹੀਂ ਰੱਖਦੇ, ਕਿਉਂਕਿ ਉਹ ਜ਼ਿੰਮੇਵਾਰ ਨੇ ਕਲੈਕਟਿਵ ਰਿਸਪੌਂਸਿਬਿਲਟੀ ਦੇ ਸਪਿਰਿਟ ਅਨੁਸਾਰ, ਜੇ ਉਹ ਨਹੀਂ ਰੱਖਦੇ, ਕਿਉਂਕਿ ਉਹਨਾਂ ਨੇ ਝੂਠ ਵੀ ਬਾਹਰ ਬੋਲਿਆ, ਉਹਨਾਂ ਨੇ 27 ਦਾ ਮਤਾ ਕਰਕੇ ਆਪੇ ਹੀ ਮੁੱਕ ਰਹੇ ਨੇ। ਤੇ ਇਸ ਪਦਵੀ ਤੇ ਬੈਠਾ ਬੰਦਾ ਜਦੋਂ ਮੁੱਕਰ ਜਾਂਦਾ ਨਾ, ਉਹ ਸਭ ਤੋਂ ਹਲਕੇ ਦਰਜੇ ਦਾ ਇਨਸਾਨ ਕਹਾਉਂਦਾ ਹੈ। ਸੋ ਅਗਰ ਉਹਨਾਂ ਨੇ ਇੰਨੇ ਹੀ ਮਜਬੂਰ ਨੇ, ਅਸੀਂ ਮੰਨ ਲੈਂਦੇ ਹਾਂ ਕਿ ਉਹਨਾਂ ਨੂੰ ਚੰਡੀਗੜ੍ਹ ਤੋਂ ਹੁਕਮ ਆਇਆ, ਜਿਨ੍ਹਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ, ਜਿਨ੍ਹਾਂ ਦੇ ਰਹਿਮਾ ਕਰਮਾਂ ਤੇ ਉਹ ਇਸ ਸੀਟ ਤੇ ਬਿਰਾਜਮਾਨ ਨੇ, ਅਗਰ ਉਹਨਾਂ ਤੋਂ ਹੁਕਮ ਹੀ ਆਇਆ ਤੇ ਫਿਰ ਉਹਨਾਂ ਨੂੰ ਹੁਕਮ ਟਾਲ ਕੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਇਸੇ ਮਜਬੂਰੀ ਤਹਿਤ ਹੀ ਤਾਂ ਗੁਰਬਚਨ ਸਿੰਘ ਨੇ ਚੰਡੀਗੜ੍ਹ ਤੋਂ ਆਇਆ ਹੁਕਮਨਾਮਾ ਪੜ੍ਹ ਕੇ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਸੀ। ਤੇ ਉਹਨਾਂ ਨੂੰ ਯਾਦ ਹੈ ਕਿ ਗੁਰਬਚਨ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਰੁਖਸਤ ਕਰਕੇ ਘਰ 'ਚ ਪੰਥ ਨੇ ਤੋੜਿਆ ਸੀ। ਇਸੇ ਤਰ੍ਹਾਂ
ਗਿਆਨੀ ਗੋਬਿੰਦ ਸਿੰਘ ਲੌਂਗੋਵਾਲ ਦਾ ਹਸ਼ਰ ਹੋਣਾ ਜੇ ਇਹਨਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਨੈਤਿਕਤਾ ਦੇ ਤੌਰ ਤੇ ਅਸਤੀਫਾ ਨਾ ਦਿੱਤਾ। ਜੇ ਨਹੀਂ ਦੇਣਗੇ ਤੇ 22 ਤਰੀਕ ਨੂੰ ਅਸੀਂ ਇਹਨਾਂ ਦੇ ਘਰ ਦੇ ਮੋਹਰੇ ਲੌਂਗੋਵਾਲ ਧਰਨਾ ਦੇਵਾਂਗੇ। ਉੱਥੇ ਧਰਨੇ ਤੇ ਬੈਠ ਕੇ ਅਸੀਂ ਫੈਸਲਾ ਕਰਾਂਗੇ ਕਿ ਉਹ ਕਿੰਨੇ ਦਿਨ ਚੱਲੇਗਾ। ਨੰਬਰ 2, ਜਿਹੜਾ ਸਾਡਾ ਅਗਲਾ ਐਕਸ਼ਨ ਪ੍ਰੋਗਰਾਮ ਹੈ ਉਹ 28 ਤਰੀਕ ਦਾ ਹੈ, ਜਿਸ ਦਿਨ ਬਜਟ ਸੈਸ਼ਨ ਹੋਏਗਾ। 170-75 ਮੈਂਬਰ ਅੰਮ੍ਰਿਤਸਰ ਆਉਂਦੇ ਨੇ। ਅਸੀਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਸਾਡੇ ਸਿੰਘ ਜਥੇਬੰਦੀਆਂ ਦੇ ਉਸ ਦਿਨ ਘੇਰਾ ਕੱਟ ਕੇ ਖਲੋਣਗੇ। ਅਸੀਂ ਕਿਸੇ ਮੈਂਬਰ ਨੂੰ ਇਸ ਤਰੀਕੇ ਦੇ ਨਾਲ ਗੱਲਬਾਤ ਕੀਤਿਆਂ ਉਹਦੀ ਜ਼ਮੀਰ ਨੂੰ ਹਲੂਣਾ ਦਿੱਤਿਆਂ ਔਰ ਉਹਨੂੰ ਇਹ ਦੱਸਿਆ, ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਕਿ ਤੂੰ ਜਿਸ ਹਾਊਸ 'ਚ ਚੱਲਿਆ ਇਸ ਹਾਊਸ ਨੇ ਕਿੰਨੀ ਵੱਡੀ ਕੁਤਾਈ ਤੇ ਨਲਾਇਕੀ ਕੀਤੀ ਹੈ, ਕਿੰਨੀ ਵੱਡੀ ਨਰਾਦਰੀ ਕੀਤੀ ਹੈ। ਜਿੱਥੇ ਤੂੰ ਚੱਲਿਆ ਅਗਰ ਤੂੰ ਆਪਣੇ ਅਧਿਕਾਰੀਆਂ ਕੋਲ ਜਵਾਬ ਲੈ ਕੇ ਨਹੀਂ ਆਉਂਦਾ ਤੇ ਅਸੀਂ ਤੇਰਾ ਰਸਤਾ ਇੱਥੇ ਹੀ ਦੁਬਾਰਾ ਡੱਕਾਂਗੇ ਤੇ ਤੈਨੂੰ ਦੁਬਾਰਾ ਮੋੜਵਾ ਪੁੱਛਾਂਗੇ ਕਿ ਤੂੰ ਅੰਦਰ ਕੀ ਕਰਕੇ ਆਇਆ, ਕੀ ਤੂੰ ਆਪਣੀ ਮਰੀ ਹੋਈ ਜ਼ਮੀਰ ਜਗਾ ਕੇ ਆਇਆ ਕਿ ਉਹਨੂੰ ਹੋਰ ਮਾਰ ਕੇ ਆਇਆ। ਸੋ ਜਿਹੜਾ ਤੀਸਰਾ ਐਕਸ਼ਨ ਪ੍ਰੋਗਰਾਮ ਹੈ ਉਹ ਹੈ ਕਿ 25 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਪੰਜਾਬ ਦਾ। ਅਸੀਂ ਉਹਨਾਂ ਦਾ ਸਮਰਥਨ ਕੀਤਾ, ਅਸੀਂ ਉਹਨਾਂ ਦੇ ਨਾਲ ਹਾਂ ਔਰ ਉਸ ਦਿਨ ਅਸੀਂ ਉਹਨਾਂ ਦੇ ਨਾਲ ਡਟ ਕੇ ਬੰਦ ਕਰਵਾਵਾਂਗੇ। ਸੈਣੀ ਦਾ ਇੱਕ ਕੇਸ ਆਇਆ, ਸੁਮੇਧ ਸਿੰਘ ਸੈਣੀ ਦਾ, ਜਿਹੜਾ ਭਗੌੜਾ। ਕੱਲ ਤੱਕ ਕਾਨੂੰਨ ਦਾ ਵੀ ਭਗੌੜਾ ਸੀ ਤੇ ਪੰਜਾਬ ਦੇ ਲੋਕਾਂ ਦਾ ਵੀ ਭਗੌੜਾ ਸੀ। ਉਹਨੂੰ ਇੱਕ ਛੋਟੀ ਜਿਹੀ ਰਿਪਰੀਵ ਮਿਲ ਗਈ ਹੈ, ਰਾਹਤ ਮਿਲ ਗਈ ਹੈ। ਹੁਣ ਉਹ ਕਾਨੂੰਨ ਦਾ ਭਗੌੜਾ ਨਹੀਂ ਰਿਹਾ ਪਰ ਪੰਜਾਬ ਦੇ ਲੋਕਾਂ ਦਾ ਅੱਜ ਵੀ ਭਗੌੜਾ ਹੈ, ਅੱਜ ਵੀ ਸਾਡੇ ਲਈ ਉਹ ਵਾਂਟਡ ਹੀ ਹੈ। ਸੋ ਜਿਹੜੀ ਸੁਪਰੀਮ ਕੋਰਟ ਨੇ ਕੱਲ੍ਹ ਉਹਨੂੰ ਰਾਹਤ ਥੋੜ੍ਹੀ ਜਿਹੀ ਦਿੱਤੀ ਹੈ 3 ਹਫ਼ਤਿਆਂ ਦੀ, ਸੁਪਰੀਮ ਕੋਰਟ ਨੇ ਪੰਜਾਬ ਦੇ ਲੋਕਾਂ ਦੀਆਂ ਜ਼ਖਮੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ, ਅਣਗੌਲਿਆਂ ਕੀਤਾ, ਇਗਨੋਰ ਕੀਤਾ। ਬੜੇ ਲੰਬੇ ਸਮੇਂ ਤੋਂ ਇੱਕ ਛੋਟੀ ਜਿਹੀ ਆਸ ਇਨਸਾਫ ਦੀ ਵੱਜੀ ਸੀ, ਸੁਪਰੀਮ ਕੋਰਟ ਨੇ ਉਹਨੂੰ ਉਸ ਉੱਤੇ ਵੀ ਪਾਣੀ ਫੇਰ ਦਿੱਤਾ ਹੈ। ਫਿਰ ਵੀ ਅਸੀਂ ਉਮੀਦ ਕਰਾਂਗੇ ਕਿ 3 ਹਫ਼ਤੇ ਬਾਅਦ ਜਦੋਂ ਸੁਪਰੀਮ ਕੋਰਟ ਦੁਬਾਰਾ ਬੈਠੇਗੀ ਇਸੇ ਕੇਸ ਦੀ ਦੁਬਾਰਾ ਸੁਣਵਾਈ ਲਈ 3 ਹਫ਼ਤੇ ਬਾਅਦ, ਤੇ ਸੁਪਰੀਮ ਕੋਰਟ ਜ਼ਖਮੀ ਭਾਵਨਾਵਾਂ ਦੀ ਤੇ ਜਿਹੜੀਆਂ ਲਾਸ਼ਾਂ ਇਸ ਦਰਿੰਦੇ ਨੇ ਇੱਥੇ ਵਿਛਾਈਆਂ ਨੇ ਉਸ ਨੂੰ ਆਪਣੇ ਸਾਹਮਣੇ ਧਿਆਨ ਵਿੱਚ ਰੱਖ ਕੇ ਇਹਦੇ ਬਾਰੇ ਫੈਸਲਾ ਕਰੇਗੀ। ਭਾਈ ਸਾਹਿਬ ਜੀ, ਪ੍ਰਧਾਨ ਤੇ ਸਰਦਾਰ ਰੂਪ ਸਿੰਘ ਦੇ ਬਾਰੇ ਜਿਹੜਾ ਤੁਸੀਂ ਕਾਨੂੰਨੀ ਕਾਰਵਾਈ ਦੀ ਗੱਲ ਵਾਰ-ਵਾਰ ਉਧਰ ਵੀ ਮੋਰਚੇ ਤੇ ਵੀ ਕੀਤੀ ਜਾ ਰਹੀ ਹੈ, ਇੱਥੇ ਵੀ ਕੀਤੀ ਗਈ ਆ, ਤਾਂ ਕਿ ਉਹਨਾਂ ਦੇ ਵੀ ਪਰਚੇ ਦੀ ਤੁਸੀਂ ਆਸ ਰੱਖਦੇ ਜਾਂ ਮੰਗ? ਜਿਹੜਾ ਇਹਨਾਂ ਨੇ 27 ਤਰੀਕ ਨੂੰ ਮਤਾ ਕੀਤਾ ਸੀ, ਅਸੀਂ ਅੱਜ ਇਹਨਾਂ ਨੂੰ ਕਿਹਾ ਕਿ ਉਹ 27 ਤਰੀਕ ਦਾ ਮਤਾ ਤੁਸੀਂ ਦੁਬਾਰਾ ਲੈ ਕੇ ਆਓ, 5 ਤਰੀਕ ਵਾਲਾ ਰੱਦ ਕਰੋ ਤੇ 27 ਤਰੀਕ ਤੇ ਖੜੇ ਹੋਵੋ। ਜੇ ਤੁਸੀਂ ਨਹੀਂ ਖੜੇ ਹੁੰਦੇ ਤੇ PHRO ਨੇ ਆਪਣੀਆਂ ਸਰਵਿਸਿਜ਼ ਅੱਜ ਹਾਊਸ ਨੂੰ ਦੇਤੀਆਂ ਨੇ ਕਿ ਜੇਕਰ ਇਹ ਨਹੀਂ ਖੜੇ ਹੋਣਗੇ ਤਾਂ ਅਸੀਂ ਕੋਰਟ 'ਚ ਮੂਵ ਕਰਾਂਗੇ। ਸਾਡੀ ਮੁੱਖ ਪੂਰੇ ਪ੍ਰਬੰਧ ਦਾ ਮਤਲਬ ਹੈ ਉਹ ਗੁਰੂ ਗ੍ਰੰਥ ਸਾਹਿਬ ਹਨ। ਉਹਦੀ ਜਿਹੜੀ ਇਹਨਾਂ ਨੇ ਨਲਾਇਕੀ ਦਿਖਾਈ ਹੈ ਉਹਦੇ ਬਾਰੇ ਸਹੀ ਜਾਂਚ ਦੀ ਅਸੀਂ ਮੰਗ ਕੀਤੀ ਹੈ ਔਰ ਸਾਨੂੰ ਐਂ ਦਿਖਦਾ ਹੈ ਕਿ ਜਿਨ੍ਹਾਂ ਨੇ ਰਖਵਾਲੀ ਕਰਨੀ ਸੀ ਉਹਨਾਂ ਨੇ ਰਖਵਾਲੀ ਕਰਨ ਦੀ ਥਾਂ ਇਸ ਮਸਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ ਔਰ ਆਪ ਹੀ ਜਥੇਦਾਰ ਬਣਾ ਕੇ ਉਹਦੇ ਸਾਹਮਣੇ ਪੇਸ਼ ਹੋ ਕੇ ਇਹ ਸਾਰੇ ਮੁੱਦੇ ਨੂੰ ਇਹ ਰਫਾ ਦਫਾ ਕਰਨ ਦੀ ਤਿਆਰੀ ਦੇ ਵਿੱਚ ਕੱਲ੍ਹ ਹੈਗੇ। ਇਸ ਨੂੰ ਮੁੱਖ ਰੱਖਦਿਆਂ ਅੱਜ ਦੇ ਇਕੱਠ ਨੇ ਕੋਈ ਫੈਸਲੇ ਲਿੱਤੇ ਹੈ ਜਿਨ੍ਹਾਂ ਵਿੱਚੋਂ 22 ਤਰੀਕ ਨੂੰ ਜੇ ਲੌਂਗੋਵਾਲ ਸਾਹਿਬ ਇਸ ਦੀ ਜ਼ਿੰਮੇਵਾਰੀ ਨਾ ਲੈਣ, ਕਵਰ ਅਪ ਦੀ ਜ਼ਿੰਮੇਵਾਰੀ ਨਾ ਲੈਣ, ਰਿਪੋਰਟਾਂ ਨੂੰ ਪਬਲਿਕ ਨਾ ਕਰਨ ਅਤੇ ਏਸੀ ਜਥੇਦਾਰ ਦੇ ਹੱਥੋਂ ਹਲਕੀ ਗੱਲ ਦੇ ਉੱਤੇ ਮਾਫੀ ਲੈ ਕੇ ਆਪਣੇ ਆਪ ਨੂੰ ਬਹਾਲ ਕਰ ਲੈਣ ਤਾਂ ਅਸੀਂ ਉਹਨਾਂ ਦੇ ਘਰ ਦੇ ਸਾਹਮਣੇ 22 ਤਰੀਕ ਤੋਂ ਉੱਥੇ ਇੱਕ ਧਰਨਾ ਰੱਖਾਂਗੇ ਔਰ ਉਸ ਨੂੰ ਉਦੋਂ ਤੱਕ ਚਲਾਵਾਂਗੇ ਜਦ ਤੱਕ ਕਿ ਸਾਨੂੰ ਨਤੀਜੇ ਦਿਖਦੇ ਨਹੀਂ ਹੈਗੇ। ਇਸ ਤੋਂ ਇਲਾਵਾ 25 ਤਰੀਕ ਨੂੰ ਜਿਹੜਾ ਕਿਸਾਨਾਂ ਦੇ ਮੁੱਦੇ ਦੇ ਵਿੱਚ ਧਰਨਾ ਰੱਖਿਆ ਗਿਆ, ਉਹਦੀ ਪੰਜਾਬ ਬੰਦ ਰੱਖਿਆ ਗਿਆ, ਉਹਦੀ ਹਮਾਇਤ ਇਹ ਹਾਊਸ ਕਰੂਗਾ ਔਰ 28 ਤਰੀਕ ਨੂੰ ਜਦ ਉਰੇ ਬਜਟ ਦਾ ਸੈਸ਼ਨ ਹੋਣਾ ਹੈ ਉੱਥੇ ਅਸੀਂ ਹਰਮੰਦਰ ਸਾਹਿਬ ਦੇ ਕੰਪਲੈਕਸ ਤੋਂ ਬਾਹਰ ਜਿਹੜੀਆਂ ਸੜਕਾਂ ਅੰਦਰ ਨੂੰ ਆਉਂਦੀਆਂ ਖੜ ਕੇ ਇਸ ਇਜਲਾਸ 'ਚ ਆਉਣ ਵਾਲੇ ਮੈਂਬਰਾਂ ਨੂੰ ਇੱਕ ਪ੍ਰਦਰਸ਼ਨੀ ਦਿਖਾਵਾਂਗੇ, ਇਹਨਾਂ ਦੀ ਜ਼ਮੀਰ ਜਗਾਉਣ ਵਾਸਤੇ ਯਤਨ ਕਰਾਂਗੇ ਕਿ ਤੁਸੀਂ ਗੁਰੂ ਘਰ ਦੇ ਰਖਵਾਲੇ ਹੋ, ਦਾਸ ਹੋ
ਔਰ ਤੁਸੀਂ ਆਪਦੀ ਕਾਰਜਕਾਰੀ ਠੀਕ ਤਰ੍ਹਾਂ ਕਰੋ। ਜਿਹੜੇ ਕੋਹਲੀ ਵਰਗਿਆਂ ਨੇ ਜਿਨ੍ਹਾਂ ਨੂੰ ਤੁਸੀਂ ਅਰਬਾਂ ਕਰੋੜਾਂ 10 ਕਰੋੜ ਰੁਪਏ ਦੇ ਕੇ ਉਹਦੇ ਵਿੱਚੋਂ 7.5 ਵਾਪਸ ਵੀ ਮੰਗੇ ਹੈ, ਉਹਨਾਂ ਦੀ ਜ਼ਿੰਮੇਵਾਰੀ ਕੱਢੋ ਕਿ ਕਿਵੇਂ ਇਹ ਗੁਰੂ ਗ੍ਰੰਥ ਸਾਹਿਬ ਦੀ ਟਰੈਕਿੰਗ ਨਹੀਂ ਹੋਈ, ਉਹਨਾਂ ਦੀਆਂ ਪਰਚੀਆਂ ਨਹੀਂ ਸੰਭਾਲੀਆਂ ਔਰ ਇਸਨੇ ਸਫਾਈ ਕਿਵੇਂ ਦਿਖਾਤੀ ਜਦ ਕਪਲੇ ਹੋਏ ਸੀਗੇ। ਅਸੀਂ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਹੈ, ਜਿਹੜੀ ਇਹਨਾਂ ਦੀ ਬੋਡੀ ਹੈ, ਉਹਦੇ ਵਿੱਚ ਇਹਦੀ ਸ਼ਿਕਾਇਤ ਵੀ ਰੱਖਾਂਗੇ। ਇਹਦੇ ਲਾਇਸੈਂਸ ਰੱਦ ਕਰਨ ਦੀ ਵੀ ਮੰਗ ਕਰਾਂਗੇ ਕਿਉਂਕਿ ਉਰੇ ਮੈਲਫੀਸੈਂਸ ਹੁੰਦਿਆਂ ਇਹਨੇ ਸਫਾਈ ਦਿਖਾਤੀ ਹੈਗੀ ਹੈ। ਸੋ ਇਹ ਸਾਰੇ ਮਤੇ ਅੱਜ ਪਾਸ ਹੋਏ ਸੀਗੇ ਜੋ ਸੁਮੇਧ ਸਿੰਘ ਸੈਣੀ ਨੂੰ ਸੁਪਰੀਮ ਕੋਰਟ ਨੇ ਅੱਜ ਰਿਲੀਫ ਦਿੱਤੀ ਹੈ, ਉਹਦੀ ਗ੍ਰਿਫਤਾਰੀ ਤੋਂ ਰੋਕਿਆ, ਸਸਪੈਂਡ ਕੀਤਾ, ਅੱਗੇ ਡੇਟ ਪਾਤੀ ਹੈਗੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਬੰਦੇ ਨੇ ਸਿੱਖਾਂ ਦਾ ਗੈਰ ਕਾਨੂੰਨ ਸ਼ਿਕਾਰ ਕੀਤਾ ਔਰ ਇਹਦੀਆਂ ਦਿਨ ਪਰ ਦਿਨ ਕਰਤੂਤਾਂ ਸਾਹਮਣੇ ਆ ਰਹੀਆਂ, ਕਿਵੇਂ ਇਹਨੇ ਕਾਨੂੰਨ ਤੋਂ ਬਾਹਰ ਜਾ ਕੇ ਆਪਣੇ ਮਰਡਰ ਕੀਤੇ ਹੈ ਔਰ ਜਿਸ ਨੂੰ ਸੁਪਰੀਮ ਕੋਰਟ ਨੇ ਇਹਨੇ ਲਾਈਟਲੀ ਲੈ ਕੇ ਕਿਹਾ ਕਿ ਇੰਨੀ ਕਾਲੀ ਕੀ ਹੈ। ਕਾਲੀ ਇਹ ਹੈ ਕਿ ਜਿਨ੍ਹਾਂ ਨੇ ਇਹ ਮਰਡਰ ਫੇਸ ਕੀਤੇ ਆ ਉਹਨਾਂ ਦੀ ਉਮਰ ਲੰਘ ਰਹੀ ਹੈ, ਉਹਨਾਂ ਦੇ ਕੋਈ ਪਤਾ ਨਹੀਂ ਕਿੰਨੀ ਦੇਰ ਜਿਉਣਗੇ ਨਹੀਂ ਜਿਉਣਗੇ, ਤੇ ਸੁਪਰੀਮ ਕੋਰਟ ਨੇ ਇਨਸਾਫ ਦੇ ਵਿੱਚ ਜਿਹੜੀ ਡਿਲੇ ਪਾਤੀ ਹੈ, ਜਿਹੜੀ ਉਹਨਾਂ ਨੇ ਕਾਰਜਕਾਰੀ ਦੇ ਵਿੱਚ ਡਿਲੇ ਪਾਤੀ ਹੈ, ਉਹਦੇ ਨਾਲ ਸਪਰੈਸ਼ਨ ਆਫ ਵਿਟਨੈਸਿਸ ਦੇ ਹੋਗੀ। ਉਹਦੇ ਵਿੱਚ ਇਹ ਚਾਲਬਾਜ਼ ਬੰਦੇ ਨੇ ਚਾਲਾਂ ਚੱਲਣੀਆਂ ਔਰ ਇਸ ਬਹੁਤ ਲੰਬੇ ਸਮੇਂ ਤੋਂ ਚੱਲਦੇ ਕੇਸਾਂ ਦੇ ਵਿੱਚ ਉਹਨੇ ਆਪਣੀ ਲੱਤ ਅੜਾ ਕੇ ਫਿਰ ਇਸ ਚੋਂ ਨਿਕਲਣ ਦੀ ਕੋਸ਼ਿਸ਼ ਕਰਨਾ ਹੈ। ਇਹਦੇ ਸੰਬੰਧ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਰਹੇ ਹੈ, ਸੁਖਬੀਰ ਤੇ ਬੀਜੇਪੀ ਨਾਲ ਵੀ ਰਹੇ ਆ, ਉਹਨਾਂ ਦਾ ਡੀਜੀਪੀ ਰਿਹਾ ਹੈ ਤੇ ਹਰ ਪੱਖੋਂ ਸੈਂਟਰ ਤੋਂ ਸਟੇਟ ਤੋਂ ਇਹ ਇਸ ਕੇਸ ਦੇ ਵਿੱਚ ਆਪਣੀ ਲੱਤ ਅੜਾਊਗਾ। ਪ੍ਰਾਈਮ ਮੁੱਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।